ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਅੰਦੋਲਨ ਜਾਰੀ ਹੈ। ਭਾਜਪਾ ਦੇ ਵੱਡੇ ਆਗੂ, ਭਾਜਪਾ ਦੇ ਸੀਨੀਅਰ ਆਗੂ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮਸਲੇ ਦਾ ਹੱਲ ਕਢਵਾਇਆ ਜਾਵੇ। ਇਸ ਵੇਲੇ ਤਾਲਮੇਲ ਕਮੇਟੀ ਦੇ ਚੇਅਰਮੈਨ ਸੁਰਜੀਤ ਜਿਆਣੀ ਸਾਡੇ ਨਾਲ ਨੇ, ਸਾਬਕਾ ਮੰਤਰੀ ਨੇ, ਭਾਜਪਾ ਦੇ ਵੱਡੇ ਆਗੂ ਨੇ। ਇਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਮਸਲੇ ਦਾ ਹੱਲ ਕਰਵਾਇਆ ਜਾਵੇ। ਜਿਆਣੀ ਸਾਹਿਬ, ਮਸਲਾ ਹੱਲ ਕਿਉਂ ਨਹੀਂ ਹੋ ਰਿਹਾ? 26ਵਾਂ ਦਿਨ ਆ ਗਿਆ, ਠੰਡ ਵੀ ਹੈ, ਅੰਦੋਲਨ ਵੀ ਜਾਰੀ ਹੈ। ਮਸਲਾ ਇਸ ਕਰਕੇ ਅੜ ਗਿਆ ਸੀ ਕਿ ਯਸ ਔਰ ਨੋ 8 ਤਾਰੀਖ ਦੀ ਮੀਟਿੰਗ ਸੀਗੀ ਅਮਿਤ ਸ਼ਾਹ ਜੀ ਨਾਲ ਰਾਤ ਨੂੰ, ਔਰ ਉਹਦੇ ਵਿੱਚ ਜਿਹੜੀ 5 ਮੀਟਿੰਗਾਂ ਹੋਈ ਸੀ ਉਹਦਾ ਵਿਸਤਾਰ ਔਰ ਪੂਰਾ ਮੰਥਨ ਕਰਕੇ ਜਿਹੜੇ ਜਥੇਬੰਦੀਆਂ ਦੀ ਗੱਲ ਸੀਗੀ, ਜਿਹੜੀ ਸਮੱਸਿਆ ਸੀਗੀ, ਉਹ ਸਾਰੀ ਦੀ ਸਾਰੀ ਵਾਚ ਕਰਕੇ ਔਰ ਸਮਾਧਾਨ ਕਰਕੇ ਪ੍ਰਪੋਜ਼ਲ ਭੇਜ ਦਿੱਤੀ ਗਈ ਸੀ। ਜਦੋਂ ਉਹਨਾਂ ਕੋਲ ਪ੍ਰਪੋਜ਼ਲ ਗਈ, ਜੋ ਸਮੱਸਿਆ ਸੀ ਉਹਨਾਂ ਨੇ ਆਪ ਹੀ ਮੰਨਿਆ ਵੀ ਸਾਡੀ 9 ਜਿਹੜੀ ਗੱਲਾਂ ਸਰਕਾਰ ਨੇ ਮੰਨ ਲਈਆਂ, ਬਾਕੀ ਜਿਹੜੀ ਹੋਰ ਸੀ ਉਹ ਸਰਕਾਰ ਕਹਿੰਦੀ ਅਸੀਂ ਉਹ ਵੀ ਮੰਨਣ ਨੂੰ ਤਿਆਰ ਆ, ਆਓ ਬੈਠ ਕੇ ਗੱਲ ਕਰੀਏ। ਉਹਨਾਂ ਨੇ ਕਿਹਾ ਵੀ ਯਸ ਔਰ ਨੋ। ਜਦੋਂ ਯਸ ਔਰ ਨੋ ਦੀ ਗੱਲ ਆ ਜਾਂਦੀ ਹੈ ਤੇ ਫਿਰ ਮੀਟਿੰਗ ਦਾ ਕੋਈ ਮਹੱਤਵ, ਕੋਈ ਅਰਥ ਰਹਿ ਨਹੀਂ ਜਾਂਦਾ। ਯਸ ਔਰ ਨੋ ਤਾਂ ਦੂਰ ਦੂਰ ਬੈਠੇ, ਹਾਂ ਜਾਂ ਨਾ ਤਾਂ ਦੂਰ ਦੂਰ ਬੈਠੇ ਹੋ ਸਕਦੀ ਹੈ। ਹੁਣ ਕੀ ਹੈ ਕਿ 12 ਦਿਨਾਂ ਦੇ ਬਾਅਦ ਅੱਜ ਜਿਹੜੀ ਜਥੇਬੰਦੀਆਂ ਨੇ ਗੱਲ ਕਹੀ ਕਿ ਅਸੀਂ ਵੱਡਾ ਜੇਰਾ ਕਰਕੇ ਵੀ ਅਸੀਂ ਯਸ ਨੋ ਤੋਂ ਅੱਗੇ ਆ ਕੇ ਗੱਲ ਕਰਨ ਨੂੰ ਤਿਆਰ ਆ। ਤਾਂ ਸਰਕਾਰ ਤਾਂ ਆਲਰੇਡੀ ਪਹਿਲੇ ਤਿਆਰ ਸੀ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਕਿਸਾਨਾਂ ਦੇ ਅੱਗੇ ਹੱਥ ਬੰਨ੍ਹ ਕੇ ਵੀ ਕਿਹਾ, ਨਤਮਸਤਕ ਹੋ ਕੇ ਕਿਹਾ, ਕਿਸਾਨ ਸਾਡੇ ਨੇ, ਕਿਸਾਨ ਮੇਰੇ ਆਪਣੇ ਨੇ, ਕਿਸਾਨ ਚਾਹਣ ਮੇਰੇ ਨਾਲ ਵੀ ਗੱਲ ਕਰ ਸਕਦੇ ਨੇ, ਔਰ ਕਿਸਾਨ ਮੀਟਿੰਗ ਦੇ ਵਾਸਤੇ ਦਰਬਾਰ ਕਿਸਾਨ ਦਾ ਹਮੇਸ਼ਾ ਖੁੱਲ੍ਹਾ। ਪ੍ਰਧਾਨ ਮੰਤਰੀ ਸਾਹਿਬ ਤਿਆਰ ਨੇ ਗੱਲਬਾਤ ਲਈ ਜੇ ਚਾਹਣ। ਜਥੇਬੰਦੀਆਂ ਦੇਖੋ ਪ੍ਰੋਟੋਕੋਲ ਦੇ ਜਥੇਬੰਦੀਆਂ ਟਾਈਮ ਲੈਣ, ਪ੍ਰਧਾਨ ਮੰਤਰੀ ਨੂੰ ਮਿਲਣਾ ਹੈ ਤਾਂ ਟਾਈਮ ਲੈਣ। ਮੈਂ ਵੀ ਇੱਕ ਵਾਰੀ ਟਾਈਮ ਲੈ ਕੇ ਕਿਸਾਨਾਂ ਨੂੰ ਮਿਲਾ ਕੇ ਲੈ ਕੇ ਗਿਆ ਸੀ। 80 ਕਿਸਾਨ ਮੇਰੇ ਨਾਲ ਆਏ ਸੀ, ਗੰਨੇ ਦੀ ਪ੍ਰੋਬਲਮ ਹੱਲ ਕੀਤੀ। ਹਾਲੇ ਤੱਕ ਟਾਈਮ ਲਈ ਮੰਗਿਆ ਨਹੀਂ ਕਿਸਾਨ ਜਥੇਬੰਦੀ ਨੇ, ਉਹ ਤਾਂ ਕਹਿੰਦੇ ਮੰਗ ਚੁੱਕਿਆ ਸੀ। ਨਹੀਂ ਮੰਗਿਆ, ਉਹਨੂੰ ਪੁੱਛੋ ਪ੍ਰਧਾਨ ਮੰਤਰੀ ਟਾਈਮ ਮੰਗਿਆ। ਜੇ ਮਿਲਣਾ ਹੋਇਆ ਤਾਂ ਮੈਂ ਤਾਂ ਗੱਲ ਕਰ, ਆਪਾਂ ਤਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਔਰ ਬਾਕੀ ਹੁਣ ਮੀਟਿੰਗ ਦੇ ਵਾਸਤੇ ਭੇਜਤਾ ਉਹਨਾਂ ਨੂੰ। ਕਿਉਂਕਿ ਉਹਨਾਂ ਦੇ ਬਿਆਨ ਕਈ ਵਾਰ ਸਾਹਮਣੇ ਆਏ ਨੇ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਗੱਲ ਕਰਨ ਤਾਂ ਬਹੁਤ ਚੰਗੀ ਗੱਲ ਹੈ ਇਸ ਮਸਲੇ। ਦੇਖੋ ਪ੍ਰਧਾਨ ਮੰਤਰੀ ਜਦੋਂ ਮਹਿਕਮਾ ਹੈ, ਤੋਮਰ ਸਾਹਿਬ ਗੱਲ ਕਰਨਗੇ। ਅਗਰ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹਣ ਤਾਂ ਉਹ ਪ੍ਰੋਟੋਕੋਲ ਦੇ ਹਿਸਾਬ ਨਾਲ ਆਨਲਾਈਨ ਟਾਈਮ ਲੈਣਾ ਪੈਂਦਾ ਹੈ। ਬਾਰ-ਬਾਰ ਇਹ ਕਹਿਣਾ ਕਿਸਾਨ ਜਥੇਬੰਦੀਆਂ ਨੇ ਕਿ ਤੋਮਰ ਸਾਹਿਬ ਕੋਲ ਕੋਈ ਪਾਵਰ ਨਹੀਂ ਹੈਗੀ, ਉਹ ਬਾਰ-ਬਾਰ ਮੀਟਿੰਗ 'ਚੋਂ ਫੋਨ ਕਰਦੇ ਨੇ, ਅਮਿਤ ਸ਼ਾਹ ਜੀ ਨੂੰ ਕਰਦੇ ਨੇ ਜਾਂ ਕਿਸੇ ਹੋਰ ਨੂੰ ਕਰਦੇ ਨੇ, ਉਹ ਇਹ ਕਹਿੰਦੇ ਨੇ। ਜਥੇਬੰਦੀਆਂ ਕੋਲ ਕਿਹਦੇ ਕੋਲ ਪਾਵਰ ਹੈ? 32 ਬੰਦੇ ਕਿਹੜੇ ਕੋਲ ਪਾਵਰ ਹੈ? ਇਕੱਠੇ ਹੋ ਕੇ ਗੱਲ ਕਰਦੇ ਨੇ। ਤਾਂ ਸਰਕਾਰ ਨੇ ਪਰਿਵਾਰ ਦੇ ਵਿੱਚ ਆਪਾਂ ਕੋਈ ਗੱਲ ਕਰਦੇ ਆ ਤਾਂ ਇਕੱਠੇ ਹੋ ਕੇ ਕਰਦੇ ਆ। ਕੋਈ ਇੱਕ ਬੰਦਾ ਕਦੇ ਕਹਿੰਦਾ ਵੀ ਆਪਾਂ ਵੀ ਪਰਿਵਾਰ 'ਚ ਬਹਿ ਜਾਂਦੇ ਆ, ਡਿਸੀਜਨ ਨਹੀਂ ਲੈ ਸਕਦੇ ਉਹ। ਡਿਸੀਜਨ ਕੀ ਹੈ? ਸਲਾਹ ਮਸ਼ਵਰਾ ਤਾਂ ਹੁੰਦਾ ਹੀ ਹੈ, ਇਹਦੇ ਵਿੱਚ ਕਿਹੜਾ ਮਹਿਣਾ? ਇਹ ਗੱਲ ਕਹਿਣੀ ਕੋਈ ਉਚਿਤ ਨਹੀਂ ਹੈ। ਹੁਣ ਮੈਂ ਕਹਾਂ ਜਥੇਬੰਦੀਆਂ ਦੱਸੋ ਕਿਹੜੇ ਕੋਲ ਪਾਵਰ ਹੈ ਵੀ ਇੱਕ ਕੱਲਾ ਆ ਕੇ ਮੀਟਿੰਗ, ਕੱਲਾ ਤਾਂ ਟੈਲੀਫੋਨ ਤੇ ਗੱਲ ਨਹੀਂ ਕਰਨਾ ਚਾਹ ਰਿਹਾ। ਜੇ ਟੈਲੀਫੋਨ ਹੀ ਕਰਨਾ ਹੋ ਤਾਂ 32 ਤੇ 32 ਮੀਟਿੰਗ ਕਰਦੇ ਆ, ਫਿਰ ਕਹਿੰਦੇ ਗੱਲ ਕਰਾਂਗਾ ਨਾ ਕਰਾਂ। ਮਤਲਬ ਦੂਸਰੇ ਤੇ ਐਲੀਗੇਸ਼ਨ ਲਾਣਾ ਸੌਖਾ ਹੈ, ਇਹ ਚੀਜ਼ ਆਪ ਦੇ ਉੱਤੇ ਦੇਖੇ ਬੰਦੇ ਨੂੰ ਪਤਾ ਲੱਗ ਜਾਂਦਾ ਹੈ। ਇਸ ਕਰਕੇ ਚਲੋ ਜੋ ਵੀ ਹੈ, ਹੁਣ ਮੀਟਿੰਗ ਦੇ ਵਾਸਤੇ ਕੀ ਅੱਜ ਕੋਈ ਮੀਟਿੰਗ ਇਹਨਾਂ ਨੇ ਕਰਨੀ ਹੈ ਕਿ ਕੀਤੀ ਕਿ ਨਹੀਂ ਕੀਤੀ। ਹੁਣ ਇਹਨਾਂ ਨੇ ਜਥੇਬੰਦੀਆਂ ਨੇ ਟਾਈਮ ਦੇਣਾ ਸਰਕਾਰ ਨੂੰ ਵੀ ਅਸੀਂ ਕੱਲ ਜਾਂ ਪਰਸੋਂ ਇਸ ਟਾਈਮ ਬਹਿਣਾ ਚਾਹੁੰਦੇ ਹਾਂ, ਤਾਂ ਸਰਕਾਰ ਤਿਆਰ ਹੈ, ਸਰਕਾਰ ਦੀ ਕੋਈ ਕਮੀ ਨਹੀਂ ਹੈ। ਯਾਨੀ ਸਾਹਿਬ ਇੱਕ ਗੱਲ ਵਾਰ-ਵਾਰ ਹੋਈ ਜਾਂਦੀ ਹੈ, ਮੀਟਿੰਗਾਂ ਪਹਿਲਾਂ ਵੀ 4-5 ਹੋ ਚੁੱਕੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋ ਗਈ, ਵੱਡੀ ਮੀਟਿੰਗ ਹੋ ਗਈ, ਤਾਂ ਉਹ ਕਹਿੰਦੇ ਨੇ ਕਿ ਵਾਰ-ਵਾਰ ਮੀਟਿੰਗ ਤਾਂ ਹੁੰਦੀ ਹੈ, ਤੁਸੀਂ ਕਲੌਜ਼ ਵਾਈਜ਼ ਵੀ ਡਿਸਕਸ ਕਰ ਲਿਆ, ਤੁਸੀਂ ਪੁਆਇੰਟ ਵਾਈਜ਼ ਵੀ ਕਰ ਲਿਆ, ਪਰ ਉਹ ਇੱਕੋ ਹੀ ਗੱਲ ਤੇ ਅੜੇ ਨੇ, ਕਹਿੰਦੇ ਖੇਤੀ ਕਾਨੂੰਨ ਰੱਦ ਕਰ ਦਿਓ, ਰੱਦ ਕਰ ਦਿਓ, ਰੱਦ ਕਰ ਦਿਓ। ਜਦੋਂ ਉਹਦੇ ਵਿੱਚ ਜਿਹੜੀਆਂ ਡਿਮਾਂਡ ਸੀ, ਜਿਹੜੀ ਉੱਥੋਂ ਲੈ ਕੇ ਚੱਲੇ ਸੀ, ਜਿਹੜੀ ਅਸੀਂ ਲੈ ਕੇ ਚੱਲੇ ਸਾਰੀ ਪੂਰੀ ਹੋ ਗਈ। ਹੁਣ ਨਵੀਂ ਗੱਲ ਆ ਗਈ ਵੀ ਵਾਪਸ ਕਰ ਦਿਓ। ਇਹਦੇ ਵਿੱਚ ਕੀ ਹੈ ਕਿ ਸਰਕਾਰ ਕੋਈ ਆਕੜ ਕਰਕੇ ਨਹੀਂ ਹੈ, ਨਖਰਾ ਕਰਕੇ ਨਹੀਂ ਹੈ। ਸਰਕਾਰਾਂ ਦੇ ਵਿੱਚ ਕਦੇ ਆਕੜ ਨਖਰਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿ ਸਰਕਾਰਾਂ ਨੇ ਲੋਕਾਂ ਦੇ ਵਿੱਚ ਜਾਣਾ, ਲੋਕਾਂ ਦੀ ਬਣਾਈ ਹੋਈ ਸਰਕਾਰ ਹੁੰਦੀ ਹੈ। ਜਿਹੜਾ ਸਾਡਾ ਅੰਨਦਾਤਾ ਹੈ, ਜਿਹੜਾ ਵੋਟਰ ਸਾਡਾ ਉਹ ਦੇਵਤਾ ਹੈ, ਉਹ ਸਾਨੂੰ ਬਣਾਉਂਦਾ ਹੈ, ਉਹ ਕੁਰਸੀਆਂ ਸਾਨੂੰ ਉਹ ਦਿੰਦਾ ਹੈ, ਪਬਲਿਕ ਦਿੰਦੀ ਹੈ। ਅੱਜ ਮੈਂ ਸੁਰਜੀਤ ਜਾਣੀ ਹਾਂ, ਅੱਜ ਮੈਂ ਕੁਛ ਨਹੀਂ, ਲੋਕ ਹੀ ਮੈਨੂੰ ਵੋਟ ਦੇ, ਮੈਂ ਮੰਤਰੀ ਬਣ ਗਿਆ, ਤੇ ਮੈਂ ਲੋਕਾਂ ਦੀ ਬਦੌਲਤ ਹੁੰਦਾ। ਆ ਨਹੀਂ ਕਿ ਮੈਂ ਸੁਰਜੀਤ ਜਾਣੀ ਆ, ਮੇਰੇ ਕੋਲ ਕੋਈ 4 ਕਿੱਲੇ ਜ਼ਮੀਨ ਹੈ ਤਾਂ ਮੈਂ ਹਾਂ। ਤੁਹਾਡੀ ਗੱਲ ਸਹਿਮਤ ਹਾਂ ਕਿ ਤੁਸੀਂ ਤਿਆਰ ਹੋ ਸੰਸ਼ੋਧਨ ਲਈ, ਅਮੈਂਡਮੈਂਟਸ ਲਈ ਤੁਸੀਂ ਤਿਆਰ ਹੋ, ਤਾਂ ਉਹ ਇਹ ਪੁੱਛਦੇ ਨੇ ਕਿਸਾਨ ਜਥੇਬੰਦੀਆਂ ਕਿ ਜੇ ਸੰਸ਼ੋਧਨ ਲਈ ਤਿਆਰ ਹੋ, ਸਾਰੇ ਬਦਲਣ ਲਈ ਤਿਆਰ ਹੋ, ਫਿਰ ਰੱਦ ਕਰਨ ਲਈ ਕਿਉਂ ਨਹੀਂ ਤਿਆਰ ਹੁੰਦੇ? ਮੈਨੂੰ ਇੱਕ ਸਮਝ ਨਹੀਂ ਆਉਂਦੀ। ਬੜਾ ਸੁਨਹਿਰੀ ਮੌਕਾ ਹੈ। ਜਥੇਬੰਦੀਆਂ ਕਿਸਾਨ ਦਾ ਭਲਾ ਇਹਦੇ ਵਿੱਚ ਵੀ ਨਹੀਂ ਹੈ। ਅਸਲ ਕਿਸਾਨ ਦੀ ਸਮੱਸਿਆ ਹੈ ਕਰਜ਼ੇ ਨਾਲ ਗਰਕਿਆ ਹੋਇਆ ਕਿਸਾਨ, ਕਰਜ਼ੇ ਨਾਲ। ਅੱਜ ਅਗਰ ਪੰਜਾਬ ਦਾ ਕਿਸਾਨ ਜਾਂ ਕੋਈ ਵੀ ਕਿਸਾਨ ਅਗਰ ਆਤਮ ਹੱਤਿਆ ਕਰ ਰਿਹਾ ਤਾਂ ਕਰਜ਼ੇ ਕਰਕੇ ਕਰ ਰਿਹਾ, ਔਰ ਕੋਈ ਕਾਰਨ ਨਹੀਂ ਹੈ। ਕਰਜ਼ਾ ਤਾਂ ਚੜ ਰਿਹਾ ਨਾ ਜਦੋਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਮੈਂ ਦੱਸਣਾ ਚਾਹੁੰਦਾ ਕਿ ਇੱਕ ਵਾਰੀ ਹੋ ਜਾਂਦਾ, ਆਪਾਂ ਹੁਣ ਟਰੈਕਟਰ ਲੈ ਕੇ ਜਾਂਦੇ, ਟਰੈਕਟਰ ਫਸ ਜਾਂਦਾ ਤਾਂ ਫਸ ਜਾਂਦਾ ਟਰੈਕਟਰ, ਜੇ ਉਹਨੂੰ ਕੱਢੀਏ ਨਾ ਤਾਂ ਫਸਿਆ ਹੀ ਰਹੂਗਾ। ਜੇ ਉਹਨੂੰ ਅੱਗੇ ਟਰੈਕਟਰ ਲਾ ਕੇ ਇੱਕ ਵਾਰੀ ਬਾਹਰ ਕੱਢ ਲੈਂਦੇ ਆ ਤਾਂ ਫਿਰ ਆਪ ਕੰਮ ਕਰਨ ਲੱਗ ਜਾਂਦਾ। ਤਾਂ ਸਾਨੂੰ ਲੋੜ ਹੈ ਕਿਸਾਨਾਂ ਨੂੰ ਕਰਜ਼ੇ ਤੋਂ ਕੱਢਣ ਦੀ। ਹੁਣ ਕੈਪਟਨ ਸਾਹਿਬ ਨੇ ਤਾਂ ਸਾਡਾ ਜਮਾ ਬੇੜਾ ਬਿਠਾਤਾ। ਕੈਪਟਨ ਸਾਹਿਬ ਨੇ ਵੋਟਾਂ ਲੈਣ ਵਾਸਤੇ ਕਸਮਾਂ ਵੀ ਖਾਈਆਂ, ਔਰ ਉਹਨੇ ਕਿਹਾ ਵੀ ਮੈਂ ਕਰਜ਼ਾ ਭਰੂੰਗਾ,
ਕਿਸਾਨਾਂ ਦਾ। ਕਿਹੜਾ? ਆੜਤੀਆਂ ਦਾ ਵੀ ਦਿਉ, ਬੈਂਕਾਂ ਦੀ ਵੀ ਦਿਉ, ਸੁਸਾਇਟੀ ਦਾ ਵੀ ਦਿਉ। ਉਹ ਤਾਂ ਤੁਸੀਂ ਵੀ ਕਿਹਾ ਸੀ ਵੀ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ, ਨਹੀਂ ਕੀਤੀ। ਉਹ ਤਾਂ ਹੋ ਗਈ, ਉਹ ਤਾਂ ਹੋ ਗਈ। ਸੁਪਰੀਮ ਕੋਰਟ 'ਚ ਐਫੀਡੇਵਿਟ ਦਿੱਤਾ ਤੁਸੀਂ ਕਿ ਨਹੀਂ ਕਰੋਗੇ। ਉਹ ਮੇਰੀ ਪਹਿਲਾਂ ਜਿੱਥੇ ਗੱਲ ਕਰ ਰਿਹਾ ਮੈਂ ਉੱਥੇ ਕਰਨ ਦਿਓ। ਤੁਸੀਂ ਆਪਦੀ ਬਾਅਦ 'ਚ ਗੱਲਿਆ ਕਰੋ। ਤੁਸੀਂ ਇੱਕ ਤਾਂ ਕਾਲੇ ਬਹੁਤ ਪੈ ਜਾਂਦੇ ਹੋ, ਤਾਂ ਗੜਬੜ ਨਹੀਂ, ਗੱਲ ਦਾ ਸਵਾਦ ਨਹੀਂ ਰਹਿੰਦਾ। ਤੁਸੀਂ ਪੂਰੀ ਕਰੋਗੇ। ਹਾਂ, ਪੂਰੀ ਨਾ ਕਰੀਏ ਨਾ ਗੱਲ ਜਿੱਥੇ ਤੇ ਪੂਰੀ ਜਾਂਦੀ ਨਹੀਂ। ਮੈਂ ਜਿਹੜੀ ਗੱਲ ਕਰ ਰਿਹਾ ਕਰਜ਼ੇ ਦੀ ਗੱਲ, ਕੈਪਟਨ ਸਾਹਿਬ ਨੇ ਕਹਿਤਾ ਕਿਸਾਨ ਕੇ ਆਪੇ ਮਾਫ ਕਰੂਗਾ, ਤੇ ਸਾਡਾ ਕੀ ਵਿਹਾਰ ਜਿਹੜਾ ਹੈ, ਬੈਂਕਾਂ ਤੋਂ ਅਸੀਂ ਡਿਫਾਲਟਰ ਹੋ ਗਏ, ਸੁਸਾਇਟੀਆਂ ਸਾਡੀ ਫੇਲ ਹੋ ਗਈ, ਉਹਨਾਂ ਨੇ ਕੁਝ ਕੀਤਾ ਨਹੀਂ। ਤੇ ਮੇਰੀ ਰਾਏ ਕਿਸਾਨਾਂ ਤੋਂ ਕਹਿੰਦਾ, ਮੈਂ ਕਿਸਾਨ ਹੋਣ ਦੇ ਨਾਤੇ ਕਹਿੰਦਾ, ਕਿਸਾਨ ਦਾ ਦਰਦ ਜਿਹੜਾ ਮੈਂ ਦੱਸਣਾ ਚਾਹੁੰਦਾ ਵੀ ਉਹ ਗੱਲਾਂ ਕਰਨ, ਅਸੀਂ ਜਿੱਦ ਨਾ ਕਰੀਏ ਉਹ ਗੱਲਾਂ ਕਰਨੀਏ। ਤੇ ਕਰਜ਼ਾ ਜਿਹੜਾ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਮਾਫ ਕੀਤਾ ਜਾਏ। ਮੈਂ ਚਾਹੁੰਦਾ ਕਿਸਾਨਾਂ ਵਾਸਤੇ ਵਿਆਜ ਜਿਹੜਾ ਹੈ ਉਹ ਛੱਡ ਦਿੱਤਾ ਜਾਵੇ। ਕਿਸਾਨ ਵਿਆਜ ਨਾਲ ਹੀ ਮਰਿਆ, ਵਿਆਜ ਛੱਡ ਕੇ, ਔਰ ਕਿਸਾਨ ਦੇ ਜਿੱਤੇ ਕਰਜ਼ਾ ਚੜਿਆ ਹੈ ਉਹਦੇ ਅਗਰ 5 ਲੱਖ 4 ਲੱਖ ਉਹਦੀ ਕਿਸ਼ਤਾਂ ਬਣਾ ਦੇਵੇ ਤਾਂ ਬੈਂਕ ਦੇ ਵੀ ਪੈਸੇ ਆ ਜਾਣਗੇ। ਜੋ ਕਿਸਾਨ ਨੂੰ ਸਹੂਲੀਅਤ ਦੇ ਹਿਸਾਬ ਨਾਲ ਪੁੱਛਿਆ ਜਾਏ ਵੀ ਤੂੰ ਕਿੰਨੀ ਸਹੂਲੀਅਤ ਨਾਲ ਪੈਸੇ ਭਰ ਸਕਦਾ, ਉਹ ਕਹਿੰਦਾ ਮੈਂ 10 ਕਿਸ਼ਤਾਂ ਨਾਲ ਭਰ ਦੂੰਗਾ, ਤਾਂ ਬੈਂਕ ਨੂੰ ਕੋਈ ਫਰਕ ਨਹੀਂ ਪੈਂਦਾ, ਬੈਂਕ ਦਾ ਵੀ ਪੈਸਾ ਆ ਜਾਊਗਾ। ਵਿਆਜ ਜਿਹੜਾ ਕਿਸਾਨ ਦਾ ਮਗਰੋਂ ਲੈ ਗਿਆ, ਤੇ ਕਿਸਾਨ ਜਿਹੜਾ ਇੱਕ ਵਾਰੀ ਕਰਜ਼ੇ ਤੋਂ ਬਾਹਰ ਆ ਗਿਆ ਤਾਂ ਕਿਸਾਨ ਆਪਣੇ ਆਪ ਹੀ ਆਪਣਾ ਇੰਤਜ਼ਾਮ ਜਿਹੜਾ ਉਹ ਸਹੀ ਢੰਗ ਨਾਲ ਕਰ ਲੂਗਾ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਆ ਸੀਗਾ ਕਰਜ਼ਾ ਮਾਫ ਕਿਸਾਨਾਂ ਦਾ, ਤਾਂ ਭਾਜਪਾ ਸਰਕਾਰ ਵੇਲੇ ਵੀ ਹੋ ਸਕਦਾ। ਉਹ ਮਾਫ ਕਰਨਾ ਹੀ ਨਹੀਂ ਚਾਹੀਦਾ, ਮਾਫ ਕਰਨਾ ਹੀ ਗਲਤ ਹੈ, ਮੁਫਤਖੋਰੀ ਦੇਣੀ ਗਲਤ ਹੈ। ਮੁਫਤਖੋਰੀ ਇਹ ਕਿ ਸਾਨੂੰ ਅਸੀਂ ਨਹੀਂ ਹੋਣਾ ਹਰਾਮ ਨਹੀਂ ਹੋਣਾ ਚਾਹੁੰਦੇ, ਅਸੀਂ ਮਿਹਨਤ ਕਸ ਕਿਸਾਨ ਆ, ਮਿਹਨਤ ਕਰਦੇ ਆ, ਸਾਨੂੰ ਤਾਂ ਸਹਾਇਤਾ ਚਾਹੀਦੀ ਹੈ, ਸਹਿਯੋਗ ਚਾਹੀਦਾ। ਸਹਿਯੋਗ ਤੇ ਅਸੀਂ ਫਿਰ ਤਾਂ ਆਪਣੇ ਆਪ ਖਿੱਚ ਲੈ ਜਾਂਦੇ ਆ। ਪਰ ਜਾਨੀ ਸਾਹਿਬ, ਇਹੀ ਤਾਂ ਗੱਲ ਹੋ ਰਹੀ ਆ। ਅੱਜ ਜਿਹੜੇ ਅੰਦੋਲਨ ਚੱਲ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੀਆਂ ਜ਼ਮੀਨਾਂ ਖੋਹ ਹੋ ਸਕਦੀਆਂ ਨੇ, ਕੰਟਰੈਕਟ ਫਾਰਮਿੰਗ ਦੇ ਨਾਲ ਜ਼ਮੀਨ ਖੁੱਸ ਸਕਦੀ ਹੈ, ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਊਗੀ, ਜਮਾਖੋਰੀ ਹੋ ਜੂਗੀ, ਸੱਤ ਨੂੰ ਤਾਂ ਰੇਟ ਹੀ ਨਹੀਂ ਮਿਲਣਾ ਹੈਗਾ, ਰੇਟ ਜਿਹੜਾ ਸਾਰਾ ਸ਼ੀਸ਼ਿਆਂ ਦੇ ਵਿੱਚ ਚੀਜ਼ਾਂ ਵਿਕਿਆ ਕਰਨਗੀਆਂ। ਦੇਖੋ ਗੱਲ ਸੁਣੋ, ਇਹ ਨਾ ਇੱਕ ਜ਼ਮੀਨ ਚਲੀ ਜਾਊਗੀ, ਮੈਨੂੰ ਇੱਕ ਬੰਦਾ ਦਿਖਾ ਦੇ ਕਿੱਥੋਂ ਜ਼ਮੀਨ ਚਲੀ ਜਾਏਗੀ। ਕੰਟਰੈਕਟ ਫਾਰਮਿੰਗ, ਯਾਰ ਮੈਂ ਉਹ ਕਾਨੂੰਨ ਤੇ ਗੱਲ ਹੀ ਨਹੀਂ ਕਰਨਾ ਚਾਹੁੰਦਾ। ਕਿਉਂ ਨਹੀਂ ਕਰਨਾ ਚਾਹੁੰਦਾ ਕਿ ਇਹ ਗੱਲ ਕਰਦੇ ਆ ਤਾਂ ਲੋਕੀ ਕਹਿੰਦੇ ਹੱਕ 'ਚ, ਮੈਂ ਗੱਲ ਹੀ ਨਹੀਂ ਕਰਦਾ। ਜਦੋਂ ਕਿਸਾਨਾਂ ਦੀ ਗੱਲ ਆ ਗਈ, ਸਰਕਾਰ ਤੇ ਗੱਲ ਆ ਗਈ, ਪਰ ਮੈਨੂੰ ਉਹਦੇ 'ਚ ਕਿੱਥੇ ਨਹੀਂ ਲੱਗਦਾ। ਮੈਂ ਕਿਸਾਨ ਆ, ਮੈਨੂੰ ਜ਼ਰੂਰੀ ਹੈ ਕੰਟਰੈਕਟ ਫਾਰਮਿੰਗ ਕਰਨੀ, ਕੋਈ ਨਹੀਂ ਕਰਾਂ ਤਾਂ ਨਾ ਕਰਾਂ। ਵੀ ਕਾਨੂੰਨ ਦੇ ਵਿੱਚ ਕਿਸੇ ਨੂੰ ਸੰਗੀ ਤਾਂ ਨਹੀਂ ਫੜੀ, ਮਰਜ਼ੀ ਹੈ, ਮੇਰੀ ਮਰਜ਼ੀ ਹੈ, ਮੈਂ ਕੀ ਹੈ ਕੰਟਰੈਕਟ ਫਾਰਮਿੰਗ ਕਰਨੀ ਤਾਂ ਕਰਾਂ। ਜੇ ਮੈਂ ਮਤਲਬ ਜੋ ਚੀਜ਼ ਬਾਹਰ ਵੇਚਾਂ ਅੰਦਰ ਵੇਚਾਂ ਤਾਂ ਉਹਦੇ ਵਿੱਚ ਕੀ ਸੀਗਾ, ਜੇ ਮਤਲਬ ਜੇ ਸਰਕਾਰ ਨੇ ਬਣਾਇਆ ਸੀਗਾ ਤੇ ਵੀ ਬਾਹਰ ਵੇਚਦੇ ਉਹਦੇ ਟੈਕਸ ਨਹੀਂ ਹੈ। ਹੁਣ ਅਸੀਂ ਤਾਂ ਕਿਸਾਨ ਤਾਂ ਹੁਣ ਸਰਕਾਰ ਦੇ ਹੋ ਗਏ, ਅਸੀਂ ਤਾਂ ਸਰਕਾਰ ਦੀ ਮਦਦ ਕਰ ਲੈ, ਟੈਕਸ ਤਾਂ ਸਰਕਾਰ ਨੂੰ ਜਾਂਦਾ, ਸਰਕਾਰ ਦਾ ਟੈਕਸ ਤਾਂ ਹੋਰ ਕਿੱਥੋਂ ਹੀ ਆ ਸਕਦਾ। ਸਾਡੀਆਂ, ਮੈਂ ਕਹਿੰਦਾ ਸਾਡੀਆਂ ਸੜਕਾਂ ਬਣੇ ਨਾ ਬਣੇ, ਸਾਡੇ ਕਰਜ਼ਾ ਨਾ ਆਵੇ, ਸਾਡੇ ਦਾਣੇ ਹੋ ਜਾਣ, ਅਸੀਂ ਤਾਂ ਕੱਚੇ 'ਚ ਚੱਲਾਂਗੇ, ਕਿਹੜੀ ਗੱਲ ਹੋ ਗਈ। ਠੀਕ ਹੈ ਤੁਹਾਡੀ ਗੱਲ, ਪਰ ਇਹਦੇ ਵਿੱਚ ਵੀ ਅਗਲਾ ਸਵਾਲ ਹੈ ਨਾ, ਪ੍ਰਾਈਵੇਟ ਜਿਹੜੇ ਪਲੇਅਰ ਨੇ, ਜਿਹੜੇ ਕਿਸਾਨ ਜਥੇਬੰਦੀਆਂ ਜੋ ਖਦਸ਼ੇ ਨੇ ਉਹਨਾਂ ਦੇ, ਉਹ ਕਹਿੰਦੇ ਨੇ ਕਿ ਕੁਝ ਦੇਰ ਤੱਕ ਖਰੀਦ ਲੈਣਗੀਆਂ, ਜਿਵੇਂ ਸਰਕਾਰੀ ਹਸਪਤਾਲਾਂ ਦਾ ਹਾਲ ਹੋਇਆ, ਸਰਕਾਰੀ ਸਕੂਲਾਂ ਦਾ ਹਾਲ ਹੋਇਆ, ਉਹੀ ਸਰਕਾਰੀ ਮੰਡੀਆਂ ਦਾ ਹਾਲ ਹੋ ਜਾਣਾ। ਜਦੋਂ ਇੱਕ ਪ੍ਰਾਈਵੇਟ ਪਲੇਅਰ ਆ ਜਾਣਗੇ, ਸਰਕਾਰੀ ਮੰਡੀਆਂ ਫੇਲ, ਹੌਲੀ ਹੌਲੀ ਪ੍ਰਾਈਵੇਟ ਵਾਲੇ ਨੇ ਵੀ ਹੱਥ ਚੱਕ ਲੈਣਾ, ਜੋ ਕਿਸਾਨ ਕਹਿ ਰਹੇ ਨੇ। ਨਹੀਂ, ਕਹਿਣ ਨੂੰ ਤਾਂ ਕੋਈ ਕੁਛ ਹੀ ਕਹਿ ਸਕਦਾ, ਠੀਕ ਹੈ ਜੀ। ਮਤਲਬ ਜੇ ਨੁਕਸ ਕੱਢਣਾ ਨਾ ਤਾਂ ਬੰਦਾ ਸੋਨੇ 'ਚ ਵੀ ਕੱਢ ਦਿੰਦਾ, ਜੇ ਨੁਕਸ ਕੱਢਣ ਦੀ ਨਾ ਨੀਤ ਹੋਵੇ ਨਾ ਤਾਂ ਗੰਦ 'ਤੇ ਵੀ ਨੁਕਸ ਨਹੀਂ ਕੱਢਦਾ। ਉਹਨੂੰ ਉਹਦੇ ਵਿੱਚ ਵੀ ਅੱਛੀ ਚੀਜ਼ਾਂ, ਉਹ ਤਾਂ ਸੋਚ ਹੈ, ਮੇਰੀ ਸੋਚ ਅਲੱਗ ਸੋਚ, ਮੈਂ ਕਿਸੇ ਦੀ ਸੋਚ ਨੂੰ ਜਾਤ ਨਹੀਂ ਦੇਣਾ ਚਾਹੁੰਦਾ, ਪਰ ਮੈਂ ਕਹਿਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਨੂੰ ਸਾਡੀ ਮੂਲਭੂਤ ਸੁਵਿਧਾ, ਕਿਸਾਨ ਨੂੰ ਸਮੱਸਿਆ ਕੀ ਹੈ, ਅੱਜ ਕਿਸਾਨ ਆਤਮ ਹੱਤਿਆ ਕਿਉਂ ਕਰ ਰਿਹਾ ਹੈ, ਠੀਕ ਹੈ, ਜਿਨਸ ਦਾ ਰੇਟ ਮਿਲਣਾ ਚਾਹੀਦਾ ਹੈ, ਕੋਈ ਦੇ ਨਹੀਂ, MSP ਜਿਹੜੀ ਸਾਨੂੰ ਮਿਲ ਰਹੀ ਹੈ, ਔਰ ਜਿਹੜੀ ਨਹੀਂ ਮਿਲ ਰਹੀ, ਕੋਈ ਕਹਦੇ ਵੀ ਇਹ ਸੈਂਟਰ ਸਰਕਾਰ ਨੂੰ ਹਰੇਕ ਚੀਜ਼ ਦੋਸ਼ ਦਿੰਦੇ ਆ। ਬਈ ਜਿਹੜੀ ਮਤਲਬ ਜਿਹੜੀ ਦੋ ਜਿਨਸਾਂ ਸਾਡੀ ਕਣਕ ਹੈ, ਝੋਨਾ ਹੈ, ਨਰਮਾ ਹੈ, FCI CCI ਇਹ ਸਰਕਾਰੀ ਹੈ, ਸੈਂਟਰ ਦੀ ਹੈ, ਉਹ ਸੈਂਟਰ ਦੀ ਖਰੀਦ ਰਹੀ ਹੈ। ਉਸ ਮੁੱਖ ਮੰਤਰੀ ਨੂੰ ਪੁੱਛਿਆ ਜਾਵੇ ਸਰਕਾਰ ਨੂੰ ਵੀ ਤੁਹਾਡੀ ਏਜੰਸੀਆਂ ਨੇ ਕੀ ਖਰੀਦਿਆ ਅੱਜ ਤੱਕ। ਸਰਕਾਰੀ ਏਜੰਸੀਆਂ ਵੀ ਖਰੀਦੀਆਂ, ਉਹਦਾ ਪੈਸਾ ਰਾਜਸਥਾਨ ਤੇ ਔਰ ਸਾਰੇ ਚੀਜ਼ਾਂ ਖਰੀਦ ਕਰਨ ਦੇ, ਸਰਕਾਰ ਆਪਦਾ ਹਿੱਸਾ ਦਿੰਦੀ ਹੈ, ਦੱਸੋ ਹਿੱਸਾ ਕਿਉਂ ਨਹੀਂ ਲੈਂਦੇ। ਤੁਸੀਂ ਹਰੇਕ ਚੀਜ਼ ਆਪਾਂ ਸੈਂਟਰ 'ਚ ਸਿੱਟ ਦਿੰਦੇ ਆ, ਹਰੇਕ ਚੀਜ਼ ਸਰਕਾਰ 'ਤੇ ਸਿੱਟ ਦਿੰਦੇ ਆ, ਸਾਨੂੰ ਵੀ ਇਹਦੇ ਵਿੱਚ ਦੁਆਰਾ ਕਾਨੂੰਨਾਂ ਤੇ ਆ ਜਾਈਏ ਕਿ ਹੁਣ ਉਧਰ ਤਾਂ ਦੇਖੋ ਸਾਰੇ ਤੁਹਾਨੂੰ ਵੀ ਪਤਾ ਹੈ, ਪੰਜਾਬ ਦੇ ਲੋਕ ਨੇ, ਹਰਿਆਣਾ ਦੇ ਨੇ, ਹੋਰ ਸਟੇਟਸ ਦੇ ਵੀ ਨੇ, ਰਾਤ ਨੂੰ ਬਜ਼ੁਰਗ ਵੀ ਨੇ, ਠੰਡ ਵੀ ਹੈ, ਤੁਸੀਂ ਵੀ ਚਾਹੁੰਦੇ ਹੋ, ਸਾਰੇ ਉਹ ਵੀ ਚਾਹੁੰਦੇ ਨੇ ਕਿ ਮਸਲੇ ਦਾ ਹੱਲ ਹੋ ਜਾਣਾ ਚਾਹੀਦਾ ਹੈ। ਅਸੀਂ ਤਾਂ ਇਹੀ ਪੁੱਛਦੇ ਹਾਂ ਕਿ ਮਸਲੇ ਦਾ ਹੱਲ ਹੋ ਕਿਉਂ ਨਹੀਂ ਰਿਹਾ। ਸਰਕਾਰ ਅੜੀ ਹੋਈ ਹੈ, ਕਿਸਾਨਾਂ ਵੱਲੋਂ ਕੋਈ ਘਾਟ ਹੈ, ਕਿੱਥੇ ਗੱਲ ਹੈ, ਕਿਉਂ ਨਹੀਂ ਜਿਹੜੀ ਸਹੀ ਗੱਲ ਸਿਰੇ ਜਾ ਰਹੀ। ਦੇਖੋ ਕਿਸਾਨ ਦੇ ਹਿੱਤ ਦੀ ਗੱਲ ਤਾਂ ਸਰਕਾਰ ਕਰਨ ਨੂੰ ਤਿਆਰ ਨੇ, ਔਰ ਮੈਂ ਤਾਂ ਕਹਿੰਦਾ ਕਿ ਅੱਜ ਮੌਕਾ ਜਥੇਬੰਦੀਆਂ ਨੂੰ, ਤੁਹਾਨੂੰ ਮੈਂ ਜਿਹੜੀ ਕਰਜ਼ੇ ਵਾਲੀ ਗੱਲ ਕਰਕੇ ਇਹ ਦੇਖਦੇ, ਸਾਨੂੰ ਅੱਜ ਇਰੀਗੇਸ਼ਨ ਦੀ ਦਿੱਕਤ ਆ ਰਹੀ ਹੈ, ਸਾਨੂੰ ਕਿਸਾਨਾਂ ਨੂੰ ਹੋਰ ਬੜੀ ਦਿੱਕਤਾਂ ਜਿਹੜੀ ਹੈ, ਮੈਨ ਦਿੱਕਤਾਂ ਹੈ, ਪਰ ਉਹ ਅਸੀਂ ਦੂਰ ਕਰਾਈਏ ਤਾਂ ਕਿ ਕਿਸਾਨ ਸਾਡਾ ਖੁਸ਼ਹਾਲ ਹੋਵੇ। ਤਾਂ ਕਿਸਾਨ ਅਗਰ ਖੁਸ਼ਹਾਲ ਹੋਏਗਾ ਤਾਂ ਆਪਣੇ ਆਪ ਹੀ ਹੋ ਜਾਊਗਾ, ਕੋਈ ਅਜੀ ਗੱਲ ਨਹੀਂ ਹੈ, ਪਰ ਸਰਕਾਰ ਦੀ ਕੋਈ ਅੜੀ ਨਹੀਂ ਹੈ,
ਹੁਣ ਮੀਟਿੰਗ ਦੇ ਵਿੱਚ ਹੋਏਗੀ ਤਾਂ ਯੈਸ ਨੋ ਤੋਂ ਜਥੇਬੰਦੀਆਂ ਨੇ ਖੁਦ ਹੀ ਕਹਿਤਾ ਵੀ ਅਸੀਂ ਇੱਥੋਂ ਅੱਗੇ ਵੱਧ ਕੇ ਗੱਲ ਕਰਾਂਗੇ। ਜਦੋਂ ਅੱਗੇ ਵੱਧ ਕੇ ਗੱਲ ਕਰਾਂਗੇ ਤਾਂ ਕਿਸਾਨ ਦੀ ਹਿੱਤ ਦੀ ਗੱਲ ਹੋਏਗੀ। ਜਿਹੜੇ ਖੇਤੀ ਕਾਨੂੰਨ ਨੇ ਇੱਕ ਬਾਰ-ਬਾਰ ਮੰਗ ਵੀ ਰੱਦ ਕਰ ਦਿਓ, ਰੱਦ ਕਰ ਦਿਓ, ਰੱਦ ਕਰ ਦਿਓ, ਕੀ ਰੱਦ ਹੋ ਸਕਦੇ ਨੇ ਜਾਂ ਅਮੈਂਡਮੈਂਟ ਹੀ ਹੋ ਸਕਦੀ ਹੈ? ਦੇਖੋ, ਕੋਈ ਤੁਸੀਂ ਮੈਨੂੰ ਪੁੱਛਦੇ ਹੋ, ਹਰੇਕ ਮੀਡੀਆ ਆਈ ਪੁੱਛਦਾ ਹੈ, ਪਤਾ ਨਹੀਂ ਮੀਡੀਆ ਨੂੰ ਇਸ ਚੀਜ਼ ਦਾ ਕੀ ਗੱਲ। ਕਿਸਾਨ ਪੁੱਛਦੇ ਨੇ ਬਾਰ-ਬਾਰ। ਕਹਿਣਾ ਚਾਹੁੰਦਾ, ਕਿਸਾਨ ਨੇ ਗੱਲ ਕਹੀ, ਕਹਾਂਦੇ ਤਾਂ ਆਪਾਂ ਹੀ ਆ ਨਾ, ਹਰੇਕ ਟਰਾਲੀ ਕੋਲ ਜਾ ਕੇ ਹਰੇਕ ਗੱਲ ਕੋਲ ਜਾ ਕੇ ਗੱਲ ਕਰਦੇ ਆ। ਜੋ ਤੁਸੀਂ ਕਹਿੰਦੇ ਹੋ ਵੀ ਜ਼ਮੀਨ ਕਿਸਾਨਾਂ ਦੀ ਚਿੰਤਾ ਹੈ ਕਿ ਜ਼ਮੀਨ ਕਬਜ਼ਾ ਕਰ ਲੂਗਾ, ਉਹ ਪੈਸਾ ਪ੍ਰਜਾਤੰਤਰ ਦੇਸ਼ ਦੇ ਵਿੱਚ ਕਿਸੇ ਨੇ ਇੱਕ ਝੁੱਗੀ ਪਾ ਲਈ ਨਾ, ਉਹ ਨਹੀਂ ਕੋਈ ਹਟਾ ਸਕਦਾ। ਹਿੰਦੁਸਤਾਨ ਦੇ ਵਿੱਚ ਕਿਸੇ ਨੇ ਰੇਲਵੇ ਤੇ ਕਿਸੇ ਕਿੰਨੇ ਲੋਕ ਸਰਕਾਰੀ ਜ਼ਮੀਨਾਂ 'ਚ ਮਕਾਨ ਪਾ ਲਿਆ। ਕਿਉਂ ਕਿਹਾ ਜਾ ਰਿਹਾ ਫਿਰ ਤੁਸੀਂ ਦੱਸ ਦਿਓ। ਮੈਨੂੰ ਕੀ ਪਤਾ, ਇੱਕ ਗਲਤਫਹਿਮੀ ਜਿਹੜੀ ਹੈ ਨਾ ਜੀ ਵੀ ਜ਼ਮੀਨ ਲੈ ਲੂਗਾ, ਉਹ ਸਾਡੀ ਮਰਜ਼ੀ ਤੇ ਹੈ, ਅਸੀਂ ਕੰਟਰੈਕਟ ਫਾਰਮਿੰਗ ਕਰੀਏ। ਵਿੱਚ ਵੀ ਇੱਕ ਛੋਟਾ ਜਿਹਾ ਸਵਾਲ ਹੈ, ਮੰਨ ਲਓ ਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਵੱਡੇ ਵੱਡੇ ਫਾਰਮ ਬਣਾਉਂਦੇ ਨੇ 1000 ਏਕੜ ਦਾ ਬਣਾ ਲਿਆ, 200 ਏਕੜ ਦਾ, 500 ਏਕੜ ਦਾ, ਜਿਹੜੇ ਕੰਟਰੈਕਟ ਫਾਰਮਿੰਗ ਕਰਨਗੇ, ਕਿਉਂਕਿ ਛੋਟੇ 2-4 ਕਿੱਲੇ ਦੇ ਤਾਂ ਠੇਕੇ ਤੇ ਲੈ ਕੇ ਕਰਨੀ ਨਹੀਂ ਉਹਨਾਂ ਨੇ, ਤਾਂ ਇੱਕ ਵਿੱਚ ਦੇ 4 ਕਿੱਲੇ ਕਿਸਾਨ ਦੇ ਨੇ, ਬਾਕੀ ਆਲੇ ਦਾਲੇ 200 ਏਕੜ ਵਾਲੇ ਦੇ ਰਹੇ ਨੇ। ਇਹ ਸੰਭਵ ਹੋ ਜਾਊਗਾ ਵੀ 4 ਏਕੜ ਵਾਲਾ ਨਾ ਦੇਵੇ, ਬਾਕੀ ਸਾਰੇ ਦੇ ਦੇਣ? ਨਹੀਂ, ਨਾ ਦੇਣ, ਕਿਸੇ ਕੋ ਮਜਬੂਰੀ ਤਾਂ ਨਹੀਂ ਹੈ ਨਾ ਜੀ। ਉਹ ਕੰਟਰੈਕਟ ਫਾਰਮਿੰਗ ਤਾਂ ਹੁਣ ਹੀ ਕਰ ਰਹੀ ਹੈ, ਸਾਡੇ ਹੁਣ ਕਰ ਰਹੇ ਹਾਂ ਅਸੀਂ, ਮੈਂ ਕਰ ਰਿਹਾ, ਸਾਡੇ ਪੜੋਸੀ ਕਰ ਰਹੇ ਨੇ, ਬੜੇ ਲੋਕ ਕਰ ਰਹੇ ਨੇ, ਮੇਰਾ ਇੱਕ ਰਿਸ਼ਤੇਦਾਰ ਹੈ ਉਹ 9 ਕਿੱਲੇ ਕਰ ਰਿਹਾ। ਕੋਈ ਡਰ ਨਹੀਂ? ਡਰ ਕਾਹਦਾ ਯਾਰ, ਜੇ ਡਰ ਜ਼ਮੀਨ ਸਾਡੇ ਨਾਂ, ਜ਼ਮੀਨ ਦਾ ਕੋਈ ਕੰਟੈਕਟ ਨਹੀਂ ਹੋਣਾ, ਫਸਲ ਦਾ ਹੋਣਾ। ਉਹਦੇ ਵਿੱਚ ਕੀ ਫਸਲ ਦੇ ਜਿੰਨਾ ਜਿਹਦਾ ਟਾਈਮ ਹੈ, ਜੇ ਅਗਰ 6 ਮਹੀਨੇ ਦੀ ਫਸਲ ਹੈ ਤਾਂ 6 ਮਹੀਨੇ ਦਾ ਹੋਊਗਾ, ਸਾਲ ਦੀ ਫਸਲ ਹੈ ਤਾਂ ਸਾਲ ਦੀ ਹੋ ਜਾਊਗਾ। ਅਗਰ ਕੋਈ 5 ਸਾਲ ਦਾ ਕੋਈ ਪੇੜ ਲਾ ਕੇ ਦਰਖਤ ਲਾ ਕੇ ਕਰਦਾ, ਜਿਹਦੀ ਉਹਦੀ ਮਿਆਦ ਹੈ ਉਹਨਾਂ ਹੋ ਜਾਊਗਾ। ਤੁਸੀਂ ਸਾਰੇ ਸ਼ੰਕੇ ਦੂਰ ਕਰਤੇ ਕਿਸਾਨ ਜਥੇਬੰਦੀਆਂ ਦੇ, ਜਿਹੜੇ ਜਿਹੜੇ ਖਦਸ਼ੇ ਸੀਗੇ ਇਸ ਤਰ੍ਹਾਂ ਦੇ ਕਿ ਐਸਡੀਐਮ ਤੋਂ ਅੱਗੇ ਅਦਾਲਤ 'ਚ ਜਾਣਾ ਚਾਹੁੰਦੇ ਆ, ਜਾਂ ਕੰਟਰੈਕਟ ਫਾਰਮਿੰਗ ਹੋਊਗੀ, ਕੋਈ ਜ਼ਮੀਨ ਨਾ ਹੜੱਪ ਲਵੇ, ਜਾਂ ਉਹਦੇ ਤੇ ਕੋਈ ਲੋਨ ਲੈ ਲਵੇ, ਜਾਂ ਬੈਂਕ ਕੋਲ ਪਲੈਜ ਨਾ ਕਰਾ ਦੇਵੇ, ਜਿਹੜੇ ਇਸ ਤਰ੍ਹਾਂ ਦੀ ਚੀਜ਼ਾਂ? ਯਾਰ ਨਹੀਂ ਹੈ ਕਿੱਥੇ ਗੱਲ ਹੈ। ਮੈਂ ਤਾਂ ਇਹ ਸਮਝਦਾ ਵੀ ਪੜ੍ਹੇ ਲਿਖੇ ਲੋਕ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ। ਮੈਂ ਤਾਂ ਕੋਈ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹੈਗਾ, ਮੈਂ ਤਾਂ ਕਿਸਾਨੀ ਖੇਤੀ ਕਰਦਾ, ਮੈਂ ਜ਼ਿਆਦਾ ਉਹ ਨਹੀਂ ਹੈ। ਵਕੀਲ ਪੜ੍ਹੇ ਲਿਖੇ ਬੁੱਧੀਜੀਵ, ਸਮਝ ਨਹੀਂ ਆਈ ਉਹ ਕਿਉਂ ਗੱਲ ਕਰ ਰਹੇ ਨੇ ਜੀ। ਉਹ ਯਾਰ ਗੱਲ ਕਰੋ ਬੈਠ ਕੇ, ਇਹਦੇ ਵਿੱਚ ਕਾਨੂੰਨ ਪੜ੍ਹ ਲਓ, ਇੱਕ ਇੱਕ ਕਲਮ ਪੜ੍ਹ ਲਓ, ਉਹਦੇ ਵਿੱਚ ਕੀ ਕੀ ਲਿਖਿਆ ਹੈ। ਜੋ ਜਥੇਬੰਦੀਆਂ ਜੋ ਗੱਲਾਂ ਕਹੀਆਂ ਸ਼ੰਕਾ, ਚਲੋ ਅਸੀਂ ਤਾਂ ਸਰਕਾਰ ਨੇ ਤਾਂ ਕਿਸਾਨ ਦੀ ਗੱਲ, ਪਬਲਿਕ ਦੀ ਗੱਲ ਮੰਨਣੀ ਹੈ। ਕਿਸਾਨ ਨੇ, ਸਰਕਾਰ ਨੇ ਬਣਾਇਆ ਅੱਛਾ ਸਮਝ ਕੇ ਬਣਾਇਆ। ਜਥੇਬੰਦੀਆਂ ਨੇ ਅਗਰ ਕੋਈ ਗੱਲ ਕਹੀ ਹੈ ਉਹ ਬਸ ਦੂਰ ਕਰਤੀ, ਆਓ ਉਹ ਦੂਰ ਕਰਕੇ ਹੁਣ ਆਪਾਂ ਹੱਲ ਕਰੀਏ। ਔਰ ਹੱਲ ਇਸ ਕਰਕੇ ਕਰੀਏ ਕਿ ਦੇਖੋ ਕਿੰਨੇ ਲੋਕ ਅੱਜ ਸੜਕਾਂ ਤੇ, ਮੇਰੇ ਬਜ਼ੁਰਗ ਮਾਤਾਵਾਂ ਭੈਣਾਂ ਬੈਠੀ ਹੈ। ਇਹ ਤਾਂ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ? ਜਿਸ ਵਾਸਤੇ ਅਸੀਂ ਇੱਥੇ ਇਕੱਠੇ ਹੋ ਕੇ ਆਏ, ਕਿਸ ਵਾਸਤੇ ਆਪਾਂ ਧਰਨਾ ਜੁਲੂਸ ਕਿਸ ਵਾਸਤੇ ਕਰਦੇ ਹਾਂ? ਕਿ ਪ੍ਰੈਸ਼ਰ ਬਣ ਜੇ। ਹੁਣ ਜਿੰਨਾ ਪ੍ਰੈਸ਼ਰ ਬਣਨਾ ਬਣ ਗਿਆ, ਇਸ ਤੋਂ ਵੱਧ ਕੋਈ ਬਣ ਸਕਦਾ? ਤੁਸੀਂ ਦੱਸ ਦਿਓ ਬਣ ਸਕਦਾ ਹੈ? ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਜ਼ਿਆਦਾ ਕੋਈ ਪ੍ਰੈਸ਼ਰ ਬਣ ਸਕਦਾ? ਹੁਣ ਤਾਂ ਪ੍ਰੈਸ਼ਰ ਖਰਾਬ ਹੋਣ ਦੀ ਗੱਲ ਹੋਣੀ ਹੈ, ਇਹ ਤੋਂ ਜ਼ਿਆਦਾ ਬਣ ਨਹੀਂ ਸਕਦਾ, ਖਰਾਬ ਹੋਣ ਦੀ ਗੱਲ ਹੋਣੀ ਹੈ। ਤਾਂ ਇਸ ਪ੍ਰੈਸ਼ਰ ਨੂੰ ਕਾਮਯਾਬ ਰੱਖਣ ਵਾਸਤੇ ਮੇਰੀ ਜਥੇਬੰਦੀਆਂ ਨੂੰ ਪ੍ਰਾਰਥਨਾ ਹੈ ਕਿ ਜਿਹੜੇ ਲੋਕ ਬਜ਼ੁਰਗ ਆਏ ਨੇ, ਮਾਤਾਵਾਂ ਭੈਣਾਂ ਬੱਚੇ, ਉਹ ਸਾਰਿਆਂ ਨੂੰ ਘਰ ਭੇਜਣ ਔਰ ਆਪ ਇੱਥੇ ਰਹਿ ਜਾਣ ਜਦੋਂ ਤੱਕ ਮੀਟਿੰਗਾਂ ਫੈਸਲਾ ਨਾ ਹੋਵੇ। ਔਰ ਜਿਹੜੀ ਆਪ ਦੀ ਜਿਹੜੀ ਕੋਈ 8 ਘੰਟੇ ਦੀ ਭੁੱਖ ਹੜਤਾਲ ਹੈ, ਉਹ ਜਿਹੜਾ ਉਸ ਤਰ੍ਹਾਂ ਦੀ ਫਾਰਮੈਲਿਟੀਆਂ ਕਰੀ ਰੱਖਣ। ਔਰ ਅੱਜ ਅਸੀਂ ਜੇ ਅਗਰ ਮੰਨ ਕੇ ਚੱਲੋ, ਸਰਕਾਰ ਕਿਹਦੀ ਹੈ? ਅੱਜ ਅਗਰ ਜਿਹੜਾ ਨੁਕਸਾਨ ਹੋ ਰਿਹਾ ਹੈ, ਕਿਹਦਾ ਹੋ ਰਿਹਾ ਨੁਕਸਾਨ? ਇਹ ਨੁਕਸਾਨ ਕਿੱਥੋਂ ਪੂਰਾ ਹੋਏਗਾ? ਸਾਰੇ ਲੋਕਾਂ ਦਾ, ਲੋਕਾਂ ਸਾਡਾ ਹੀ ਹੈ ਨਾ। ਅੱਜ ਅਗਰ ਅਸੀਂ ਸੜਕਾਂ ਬਣੀਆਂ, ਟੋਲਾਂ ਤੇ ਅਸੀਂ ਟੋਲ ਬੰਦ ਕਰ ਲਏ, ਅਸੀਂ ਹੋਰ ਚੀਜ਼ਾਂ ਬੰਦ ਕਰ ਲਈਆਂ, ਜ਼ਿੰਮੇਵਾਰ ਤਾਂ ਸਰਕਾਰ ਹੈ ਨਾ ਉਹਦੇ ਲਈ। ਤਾਂ ਜ਼ਿੰਮੇਵਾਰ ਸਰਕਾਰ ਹੈ ਤਾਂ ਠੀਕ ਹੈ। ਸਰਕਾਰ ਨੇ ਕੋਈ, ਸਰਕਾਰ ਦੇ ਕੁਰਸੀ ਤੇ ਬੈਠਣ ਵਾਲਾ ਕੋਈ ਘਰੋਂ ਨਹੀਂ ਦੇ ਕੇ ਆਂਦਾ। ਇਹ ਸਾਡੇ ਤੇ ਵਜਨ ਪੈਣਾ ਹੁੰਦਾ, ਭਾਵੇਂ ਬਿਜਲੀ ਦਾ ਪਵੇ, ਭਾਵੇਂ ਸੜਕ ਦਾ ਪਵੇ। ਧਰਨਿਆਂ ਲਈ ਮਜਬੂਰ ਕਹਿੰਦੇ ਸਰਕਾਰ ਵੱਲੋਂ। ਯਾਰ ਫਿਰ ਸੋਚਣਾ ਚਾਹੀਦਾ, ਜਿਹੜੀ ਜਿਹੜੀ ਗੱਲ ਕਰਨੀ ਸੀ ਹੋ ਗਈ ਪੂਰੀ। ਹੁਣ ਮੀਟਿੰਗ ਕਰੋ, ਲੋਕਾਂ ਤੋਂ ਭੇਜੋ ਘਰਾਂ ਨੂੰ। ਪਰ ਉਹ ਫਿਰ ਉਹੀ ਗੱਲ, ਫਿਰ ਤੁਸੀਂ ਕਹਿਣਾ ਸਵਾਲ ਉਹੀ ਹੈ, ਉਸੇ ਗੱਲ ਤੇ ਖੜੇ ਨੇ ਕਿ ਰੱਦ ਕਰ ਦੋ, ਅਸੀਂ ਚਲੇ ਜਾਂਦੇ। ਉਹਨਾਂ ਨੂੰ ਕੌਣ ਰੋਕਦਾ ਹੈ? ਮੈਂ ਤਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਿਹਾ ਨਾ, ਮੈਂ ਕੋਈ ਹੁਕਮ ਤਾਂ ਨਹੀਂ ਦੇ ਰਿਹਾ, ਹੱਥ ਜੋੜ ਕੇ ਪ੍ਰਾਰਥਨਾ ਕਰਦਾ ਨਾ। ਮੈਂ ਮਿਨਿਸਟਰ ਵੀ ਰਿਹਾ, ਮੈਂ ਜਥੇਬੰਦੀਆਂ ਵੀ ਦੇਖੀ ਹੈ, ਮੈਂ ਧਰਨੇ ਵੀ ਦੇਖੇ, ਮੈਂ ਜਲੂਸ ਵੀ ਦੇਖਿਆ, ਲੋਕਾਂ ਦੇ ਫੈਸਲੇ ਵੀ ਕਰਾਏ। ਮੈਂ 15 ਸਾਲ ਤੱਕ ਮੰਤਰੀ ਰਿਹਾ, ਮੈਂ ਕੈਬਨਿਟ ਮਿਨਿਸਟਰ ਹੈ, ਮੈਂ ਕਰਾਇਆ ਕੀਤਾ ਹੈ ਮੈਂ, ਪਰ ਮੈਂ ਇਹ ਜਿਹੀ ਤਰ੍ਹਾਂ ਦੀ ਗੱਲ ਨਹੀਂ ਦੇਖੀ ਕਦੇ। ਔਰ ਮੈਂ ਠੀਕ ਹੈ, ਜਿਹੜੀ ਚੀਜ਼ ਆਪਾਂ ਕਰਨਾ ਚਾਹੁੰਦੇ, ਉਹ ਜਿਹੜੀ ਚੀਜ਼ ਸ਼ੋਅ ਕਰਨਾ ਚਾਹੁੰਦੇ, ਹੋਗੀ ਕਿ ਨਹੀਂ ਹੋਗੀ? ਤੁਸੀਂ ਦੱਸ ਦਿਓ। ਨਹੀਂ ਠੀਕ ਹੈ, ਪ੍ਰੈਸ਼ਰ ਤਾਂ ਹੈ, ਪਰ ਉਹ ਇੱਕੋ ਹੀ ਮੰਗਤੇ ਨੇ। ਉਸ ਤੋਂ ਜ਼ਿਆਦਾ ਪ੍ਰੈਸ਼ਰ ਕੋਈ ਹੋ ਸਕਦਾ? ਨਹੀਂ, ਪ੍ਰੈਸ਼ਰ ਤਾਂ ਹੈ, ਪਰ ਉਹ ਇੱਕੋ ਹੀ ਮੰਗਤੇ ਨੇ। ਇਹਦੇ ਅੱਗੇ ਤਾਂ ਖੱਜਲ ਖਰਾਬੀ ਹੈ। ਤਾਂ ਮੇਰੀ ਪ੍ਰਾਰਥਨਾ ਹੈ ਵੀ ਲੋਕਾਂ ਨੂੰ ਭੇਜਣ, ਔਰ ਆਪ ਜਿਹੜੇ ਬੈਠੇ ਰਹਿਣ। ਸਰਕਾਰ ਗੱਲ ਕਰਨ ਨੂੰ ਤਿਆਰ ਹੈ। ਹੁਣ ਜਦੋਂ ਯਸ ਔਰ ਨੋ ਤੋਂ ਅੱਗੇ ਵੱਧ ਕੇ ਗੱਲ ਕੀਤੀ ਤਾਂ ਗੱਲ ਹੋ ਜਾਣੀ ਹੈ, ਨੋ ਦਿੱਕਤ। ਨਹੀਂ ਜੈਸ ਹੋਊਗੀ ਕਿ ਨੋ ਹੋਊਗੀ, ਫਿਰ ਇਹ ਵੀ ਸਵਾਲ ਹੈ। ਮੇਰੇ ਕੋਲ ਤਾਂ ਮੀਟਿੰਗ ਹੋਵੇ ਤਾਂ ਮੈਂ ਤੈਨੂੰ ਦੱਸ ਦਿਆਂ, ਮੀਟਿੰਗ ਤਾਂ ਭਰਾ ਉੱਥੇ ਹੋਣੀ ਹੈ। ਮੈਂ ਤੇ ਫੁੱਲ ਐਂਡ ਫੁੱਲ ਹੈ ਨਾ। ਮੈਂ ਤਾਂ ਜਿਹੜੀ ਛੋਟੀ ਜਿਹੀ ਡਿਊਟੀ ਹੈ ਮੇਰੀ, ਉਹ ਮੈਂ ਟੈਲੀਫੋਨ ਇੱਧਰ ਕਰਕੇ ਸਾਡੀ ਡਿਊਟੀ ਪਾਰਟੀ ਨੇ ਲਾਈ ਹੈ। ਬੀਜੇਪੀ ਪੰਜਾਬ, ਸਾਡੇ ਪ੍ਰਦੇਸ਼ ਅਧਿਕਸ਼ ਨੇ ਅਸ਼ਵਨੀ ਸ਼ਰਮਾ ਨੇ, ਉਹਨਾਂ ਨੇ ਲਾਈ ਹੈ। ਅਸੀਂ ਬੈਠੇ ਹਾਂ, ਕੰਮ ਕਰੀ ਜਾਂਦੇ ਹਾਂ। ਜੇ ਇਹ ਵੀ ਹੈ ਵੀ ਲੋਕਤੰਤਰ ਦੇ ਵਿੱਚ ਕਹਿੰਦੇ ਲੋਕ ਵੱਡੇ ਹੁੰਦੇ ਨੇ, ਤਾਂ ਜੇ ਲੱਖਾਂ ਲੋਕ ਕਹਿੰਦੇ ਨੇ, ਫਿਰ ਸਰਕਾਰ ਮੰਨ ਕਿਉਂ ਨਹੀਂ ਲੈਂਦੀ? ਨਹੀਂ, ਸਰਕਾਰ ਮੰਨਣ ਨੂੰ, ਇੱਕ ਗੱਲ ਸੁਣੋ,
ਵੀ ਆਪਾਂ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ। ਦੱਸੋ ਉਸੇ ਸਿਸਟਮ ਨਾਲ ਤਰੱਕੀ ਲੈ ਜਾਾਂਗੇ? ਜੇ ਅਸੀਂ ਇਹ ਸੜਕਾਂ ਲਿੰਕ ਸੜਕਾਂ ਸੀ, ਅੱਜ ਉਹ ਗੱਡੀਆਂ ਦੀ ਪ੍ਰਵਿਧਨ ਹੋ ਰਹੀ ਹੈ, ਟ੍ਰੇਨਾਂ ਦੇ ਵਿੱਚ ਚੇਂਜਿੰਗ ਆ ਰਹੀ ਹੈ, ਇਲੈਕਟ੍ਰਿਸਿਟੀ ਟ੍ਰੇਨ ਬਣ ਰਹੀ ਹੈ, ਅੱਜ ਕਾਰਖਾਨੇ ਅਸੀਂ ਲਾ ਰਹੇ ਹਾਂ ਔਰ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਤਾਂ ਸਾਨੂੰ ਸੋਧ ਕਰਨੀ ਪਊਗੀ। ਤੁਸੀਂ ਦਾਅਵੇ ਨਾਲ ਕਹਿੰਦੇ ਹੋ ਤੁਸੀਂ ਆ ਕਹਿ ਦਿਓ ਕਿ ਸੜਕਾਂ ਤੋਂ ਹੀ ਰਹਿਣ ਦੇਣੀ ਸੀ ਯਾਰ, ਕੀ ਗੱਲ ਸੀ, ਚੱਲ ਸਕਦੇ ਸੀ। ਅੱਜ ਦਿੱਲੀ 'ਚ ਹੈ ਜੋ ਪਹਿਲਾਂ ਦਿੱਲੀ ਅਸੀਂ ਵੀ ਆਂਦੇ ਸੀ, ਜਿਹੜੀ ਦਿੱਲੀ 30 ਸਾਲ 40 ਸਾਲ ਪਹਿਲੇ ਸੀ ਉਸੇ ਤਰ੍ਹਾਂ ਦਿੱਲੀ ਰਹਿੰਦੀ ਤੇ ਕੀ ਹਾਲ ਹੋਣਾ ਸੀ। ਅੰਡਰ ਬ੍ਰਿਜ, ਓਵਰ ਬ੍ਰਿਜ, ਇਹ ਜਦੋਂ ਬਣੇ ਕਦੇ ਵੀ ਕੋਈ ਨਈ ਚੀਜ਼ ਆਉਂਦੀ ਹੈ ਨਾ ਉਹਦਾ ਹਮੇਸ਼ਾ ਹੀ ਵਿਰੋਧ ਹੋਇਆ। ਛੋਟੀ ਛੋਟੀ ਚੀਜ਼ ਦਾ ਵਿਰੋਧ ਹੁੰਦਾ। ਕੰਪਿਊਟਰ ਆਇਆ ਸੀ ਉਹਦਾ ਵਿਰੋਧ ਹੋਇਆ, ਬਾਕੜਾ ਬਣਿਆ ਸੀ ਨਾ ਉਹਦਾ ਵੀ ਵਿਰੋਧ ਹੋਇਆ ਸੀ, ਸਾਡੇ ਪਿੰਡ ਸੜਕ ਬਣੀ ਸੀ ਉਹਦਾ ਵਿਰੋਧ ਹੋਇਆ ਸੀ। ਪਰ ਤੁਸੀਂ ਪੁੱਛੋ ਕਿਉਂ ਹੋਇਆ? ਉਹ ਸਾਡੇ ਬਜ਼ੁਰਗ ਕਹਿੰਦੇ ਸੜਕ ਨਾ ਬਣਾਓ। ਉਹ ਤਹਿਸੀਲਦਾਰ ਪੁੱਛਦਾ ਚੌਧਰੀ ਸਾਹਿਬ ਕਿਉਂ ਨਹੀਂ ਬਣਾਈਏ? ਕਿ ਯਾਰ ਚੋਰ ਆਣਗੇ ਸਾਡੇ ਡੰਗਰ ਲੈ ਜਾਣ, ਪੈੜ ਕਿੱਥੇ ਡੱਕਾਂਗੇ। ਹਮੇਸ਼ਾ ਹੀ ਕੰਬਾਈਨ ਆਈ, ਕੰਬਾਈਨ ਦਾ ਆਇਆ ਤਾਂ ਯੂਨੀਅਨ ਨੇ ਧਰਨੇ ਦਿੱਤੇ ਵੀ ਆ ਗੱਲ ਹੈ। ਤਾਂ ਗੱਲ ਮੇਰਾ ਕਹਿਣਾ ਹੈ ਕਿ ਵਿਰੋਧ ਹੁੰਦਾ ਉਹਦੇ ਬਾਅਦ ਅੰਡਰ ਬ੍ਰਿਜ ਬਣਦਾ ਇੱਕ ਸ਼ਹਿਰ ਦੇ, ਓਵਰ ਬ੍ਰਿਜ ਬਣਦਾ, ਹਮੇਸ਼ਾ ਹੀ ਹੁੰਦਾ। ਅਗਰ ਮੈਂ ਕਿਹਾ ਛੋਟੀ ਜਿਹੀ ਗੱਲ ਸ਼ਹਿਰ 'ਚ ਬਾਥਰੂਮ ਬਣਾਉਣਾ ਹੋਵੇ ਨਾ ਉਹਦਾ ਵਿਰੋਧ ਹੁੰਦਾ। ਦਾਅਵੇ ਨਾਲ ਕਹਿੰਦੇ ਹੋ ਕਿ ਇਹ ਹੱਕ 'ਚ ਨੇ ਹਾਲੇ ਵੀ ਕਿਸਾਨਾਂ ਦੇ ਖੇਤੀ ਕਾਨੂੰਨ ਜਿਹੜੇ ਨੇ? ਮੈਂ ਕੁਝ ਨਹੀਂ ਕਹਿੰਦਾ, ਨਾ ਮੇਰਾ ਕਹਿਣਾ ਉਚਿਤ ਹੈ। ਜਦੋਂ ਗੱਲ ਸਰਕਾਰ ਦੇ ਔਰ ਕਿਸਾਨ ਦੇ ਸਾਡੇ ਆਗੂ ਨੇ, ਉਹ ਜੇਕਰ ਕਿਸਾਨਾਂ ਯੂਨੀਅਨ ਹੈ ਨਾ ਉਹ ਮੇਰੀ ਵੀ ਹੈ, ਮੈਂ ਵੀ ਕਿਸਾਨ ਹਾਂ, ਤੇ ਉਹ ਸਾਡੇ ਵਾਸਤੇ ਹੀ ਕਰਦੇ ਨੇ। ਉਹਨਾਂ ਦੀ ਜੀ ਸੋਚ ਹੈ, ਮੈਂ ਉਸ ਸੋਚ ਤੇ ਕੁਝ ਨਹੀਂ ਕਰਨਾ ਚਾਹੁੰਦਾ। ਨੋ ਕਮੈਂਟਸ। ਔਰ ਜਦ ਗੱਲ ਚੱਲ ਰਹੀ ਹੈ ਹੋ ਜੂਗੀ ਗੱਲ, ਮੁੱਕੀ। ਹੁਣ ਮੈਂ ਉਹਦੇ ਵਿੱਚ ਛੇਤੀ ਮਸਲੇ ਦਾ ਹੱਲ ਹੋ ਕਿਉਂ ਨਹੀਂ ਹੋਊਗਾ? ਮਸਲੇ ਦਾ ਹੱਲ ਹਮੇਸ਼ਾ ਹੀ ਹੁੰਦਾ। ਕਿਹੜਾ ਮਸਲਾ ਹੈ ਜਿਹੜਾ ਅੱਜ ਤੱਕ ਹੱਲ ਨਹੀਂ ਹੋਇਆ? ਹੋ ਜੂਗਾ, ਲੱਗੇ ਰਹੀਏ, ਬਸ ਗੱਲ ਹੈ। ਬਹੁਤ ਧੰਨਵਾਦ। ਸੁਰਜੀਤ ਕੁਮਾਰ ਜਾਣੀ ਹੋਰੀ ਕਹਿੰਦੇ ਨੇ ਕਿ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਹਦਾ ਵਿਰੋਧ ਹੁੰਦਾ ਹੈ। ਇਸੇ ਢੰਗ ਦੇ ਨਾਲ ਜਿਹੜੇ ਨਵੇਂ ਕਾਨੂੰਨ ਆਏ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਹੈ। ਵਿਸ਼ਾਲ ਹਿਰਦੇ ਨਾਲ ਸੋਚਣਾ ਚਾਹੀਦਾ, ਇਹਦਾ ਫਾਇਦਾ ਹੋਊਗਾ। ਖੇਤੀ ਕਾਨੂੰਨ ਰੱਦ ਕਰਵਾਉਣਾ ਕੋਈ ਹੱਲ ਨਹੀਂ ਹੈ, ਸੰਸ਼ੋਧਨ ਹੱਲ ਹੋ ਸਕਦਾ ਹੈ। ਤਾਂ ਵਾਰ-ਵਾਰ ਜਿਹੜੀ ਸਰਕਾਰ ਹੈ ਜਾਂ ਭਾਜਪਾ ਦੇ ਆਗੂ ਨੇ ਉਹ ਕਿਸਾਨ ਜਥੇਬੰਦੀਆਂ ਨੂੰ ਸੰਸ਼ੋਧਨ ਤੇ ਜਾਂ ਅਮੈਂਡਮੈਂਟਸ ਤੇ ਮਨਾਉਣ ਦੇ ਲਈ ਵਜਿੱਦ ਨੇ। ਅੱਗੇ ਦੇਖਣਾ ਹੋਵੇਗਾ ਕੀ ਕੁਝ ਹੁੰਦਾ ਹੈ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ।